ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਦਿਨ ਦੇ ਵੇਲੇ ਪੰਜਾਬ ਦੇ ਵਿੱਚ ਅੱਜ ਸੋਹਣੀ ਧੁੱਪ ਨਿਕਲੀ, ਸਵੇਰ ਦੇ ਵੇਲੇ ਬੇਹੱਦ ਧੁੰਦ ਸੀ। ਜਦੋਂ ਅਸੀਂ ਰਾਤ ਦੇ ਵੇਲੇ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ ਤਾਂ ਉਸ ਵੇਲੇ ਵੀ ਕਾਫੀ ਠੰਡ ਹੈ, ਪਰ ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ, ਦਿੱਲੀ ਤੇ ਹਰਿਆਣੇ ਦਾ ਮੌਸਮ ਸਥਿਰ ਰਹਿਣਾ। ਯਾਨੀ ਕਿ ਦਿਨ ਦੇ ਵੇਲੇ ਧੁੱਪ ਨਿਕਲਣੀ ਆ ਨਿੱਘੀ ਨਿੱਘੀ ਤੇ ਰਾਤ ਦੇ ਵੇਲੇ ਤੇ ਸਵੇਰ ਦੇ ਵੇਲੇ, ਦਿਨ ਚੜ੍ਹਦੇ ਵੇਲੇ ਖਾਸੀ ਠੰਡ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹੁਣ ਜਿਹੜੀ ਪਹਿਲੀ ਵੱਡੀ ਖਬਰ ਦੇ ਬਾਰੇ ਜਾਣਦੇ ਆ, ਉਹ ਮੈਨੂੰ ਨਿੱਜੀ ਤੌਰ ਦੇ ਉੱਤੇ ਦੁਖਦਾਈ ਲੱਗਦੀ ਹੈ। ਸ਼ਾਇਦ ਤੁਹਾਨੂੰ ਵੀ ਲੱਗਦੀ ਹੋਵੇ। ਉਹਦਾ ਕਾਰਨ ਇਹ ਹੈ ਕਿ ਜਿਹੜੀ ਕਿਸਾਨਾਂ ਦੀ ਤੇ ਕੇਂਦਰ ਸਰਕਾਰ ਦੀ ਮੀਟਿੰਗ ਮੀਟਿੰਗ ਚੱਲ ਰਹੀ ਸੀ, ਇਹ ਖਤਮ ਹੋ ਗਈ ਹੈ। ਇਹ ਬਿਲਕੁਲ ਡੈਡਲੌਕ ਵਾਲੀ ਗੱਲ ਹੋ ਗਈ ਹੈ। ਸੋ ਹੁਣ ਇਸ ਤੋਂ ਬਾਅਦ ਕੀ ਹੋਊਗਾ, ਇਹਦੇ ਬਾਬਤ ਸਭ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਹੈਗੇ ਆ। ਕਿਉਂਕਿ ਲੰਘੇ ਕੱਲ੍ਹ ਜਦੋਂ 11ਵੇਂ ਗੇੜ ਦੀ ਮੀਟਿੰਗ ਹੋਈ ਹੈ, ਉਹਦੇ ਵਿੱਚ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਕੋਈ ਲੜ ਪੱਲਾ ਕਿਸਾਨ ਆਗੂਆਂ ਨੂੰ ਨਹੀਂ ਫੜਾਇਆ ਗਿਆ। ਇਹ ਮੀਟਿੰਗ ਆ ਜਿਹੜੀ ਸਭ ਤੋਂ ਵੱਧ ਬੋਝਲ ਸੀ। ਇਸ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ 15-20 ਮਿੰਟ ਗੱਲ ਹੋਈ ਹੈ, ਉਹ ਵੀ ਨਾ ਚਾਹੁੰਦੇ ਹੋਈ ਹੈ। ਉਹਦਾ ਕਾਰਨ ਇਹ ਆ ਵੀ ਕੇਂਦਰ ਦੇ ਮੰਤਰੀਆਂ ਨੇ ਆਉਂਦੇ ਸਾਰ ਇਹ ਗੱਲ ਕਹੀ ਕਿ ਇਹ ਦੱਸੋ ਕਿ ਤੁਸੀਂ ਸਾਡੇ ਵੱਲੋਂ ਦਿੱਤੇ ਹੋਏ ਪ੍ਰਸਤਾਵ ਦੇ ਬਾਬਤ ਕੀ ਸੋਚਿਆ। ਕਿਸਾਨਾਂ ਨੇ ਇਹ ਗੱਲ ਕਹੀ ਕਿ ਅਸੀਂ ਕੋਈ ਸਾਲ, 1.5 ਸਾਲ, 2 ਸਾਲ ਦੇ ਲਈ ਖੇਤੀ ਕਾਨੂੰਨ ਰੱਦ ਕਰਵਾਉਣ ਨਹੀਂ ਆਏ। ਅਸੀਂ ਮੁਕੰਮਲ ਤੌਰ ਦੇ ਉੱਤੇ ਖੇਤੀ ਕਾਨੂੰਨ ਰੱਦ ਕਰਵਾਉਣ ਆਏ ਹਾਂ। ਰੋਕ ਲਵਾਉਣਾ ਸਾਡਾ ਮਨੋਰਥ ਨਹੀਂ ਹੈ। ਅਸੀਂ MSP ਦੀ ਲਿਖਤੀ ਗਰੰਟੀ ਲੈਣ ਆਏ ਹਾਂ। 2 ਸਾਡੀਆਂ ਇਹ ਮੁੱਖ ਮੰਗਾਂ ਹੈਗੀਆਂ। ਇਹ ਮੰਨੋ ਤੇ ਅਸੀਂ ਟਰੈਕਟਰ ਟਰਾਲੀਆਂ ਦੇ ਮੂੰਹ ਆਪੋ ਆਪਣੇ ਸੂਬੇ ਵੱਲ ਜਾਂ ਆਪੋ ਆਪਣੇ ਪਿੰਡ ਨਗਰ ਖੇੜੇ ਦੇ ਵੱਲ ਕਰੀਏ। ਕੇਂਦਰ ਦੇ ਮੰਤਰੀਆਂ ਨੇ 2 ਟੁੱਕ ਗੱਲ ਕਹਿਤੀ ਆ ਵੀ ਇੱਦਾਂ ਨਹੀਂ ਹੋ ਸਕਦਾ। ਜੇ ਤਾਂ ਤੁਹਾਨੂੰ ਸਾਡਾ ਪ੍ਰਸਤਾਵ ਮਨਜ਼ੂਰ ਆ ਤਾਂ ਠੀਕ ਆ, ਤੇ ਜੇਕਰ ਨਹੀਂ ਮਨਜ਼ੂਰ ਤਾਂ ਫਿਰ ਤੁਹਾਡੇ ਆਪਣੇ ਰਸਤੇ ਹੈਗੇ ਤੇ ਸਾਡੇ ਆਪਣੇ ਰਾਹ ਹੈਗੇ ਆ। ਤੁਹਾਡੀ ਮਰਜ਼ੀ ਆ ਤੁਸੀਂ ਜੋ ਕਰਨਾ ਤੇ ਸਾਡੀ ਮਰਜ਼ੀ ਆ ਅਸੀਂ ਜੋ ਕਰਨਾ। ਮਤਲਬ ਇਹ ਆ ਕਿ ਉਹਨਾਂ ਨੇ 2 ਟੁੱਕ ਇਨਕਾਰ ਕਰ ਦਿੱਤਾ। ਹੁਣ ਉਸ ਤੋਂ ਬਾਅਦ ਮਨ ਦੇ ਵਿੱਚ ਸਵਾਲ ਉੱਠਣੇ ਕੁਦਰਤੀ ਹੈ ਵੀ ਬਣੂਗਾ ਕੀ। ਕਿਉਂਕਿ ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਇਹ ਅੰਦੋਲਨ ਹਿੰਸਕ ਹੋ ਸਕਦਾ। ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਕੇਂਦਰ ਦੀ ਸਰਕਾਰ ਗੋਡੇ ਟੇਕੂਗੀ। ਕੁਝ ਕੁ ਲੋਕਾਂ ਦਾ ਇਹ ਕਹਿਣਾ ਜੀ ਕਿ ਜੇਕਰ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਆ ਤੇ ਭਾਵੇਂ ਸਾਲ ਬੈਠੇ ਰਹਿਣ, ਇਹਦੇ ਨਾਲ ਕੀ ਫਰਕ ਪੈਣਾ। ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਸਾਨੂੰ ਪ੍ਰਸਤਾਵ ਮਨਜ਼ੂਰ ਕਰ ਲੈਣਾ ਚਾਹੀਦਾ ਸੀ। ਕੁਝ ਕੁ ਦਾ ਕਹਿਣਾ ਕਿ ਬਿਲਕੁਲ ਨਹੀਂ ਸੀ ਮਨਜ਼ੂਰ ਕਰਨਾ ਚਾਹੀਦਾ। ਅਸੀਂ 150 ਦੇ ਕਰੀਬ ਆਪਣੇ ਕਿਸਾਨ ਭੈਣ ਵੀਰ ਗਵਾ ਚੁੱਕੇ ਹਾਂ ਇਸ ਅੰਦੋਲਨ ਦੇ ਵਿੱਚ। ਜੇ ਅਸੀਂ ਹੁਣ ਵੀ ਅੱਧੀ ਅਧੂਰੀ ਗੱਲ ਕੀਤੀ, ਕੁਝ ਲੋਕਾਂ ਦਾ ਕਹਿਣਾ ਵੀ ਫਿਰ ਫਾਇਦਾ ਕੀ ਹੈ। ਪਰ ਮਸਲੇ ਦਾ ਹੱਲ ਕਿੱਥੇ ਨਿਕਲੂਗਾ? ਹੱਲ ਹਾਲ ਦੀ ਘੜੀ ਨਿਕਲਦਾ ਦਿਸਦਾ ਨਹੀਂ। ਹਾਲਾਂਕਿ ਅਸੀਂ ਆਸਵੰਦ ਇਸ ਗੱਲ ਦੇ ਲਈ ਜ਼ਰੂਰ ਹੋ ਗਏ ਵੀ ਇੱਕ ਨਾ ਇੱਕ ਦਿਨ ਸਾਡਾ ਸੱਚੀ ਨੀਤ ਨਾਲ ਸ਼ੁਰੂ ਕੀਤਾ ਗਿਆ ਇਹ ਅੰਦੋਲਨ ਆ ਜਿਹੜਾ, ਇਹ ਸਿਰੇ ਲੱਗੂਗਾ। ਇਹਦੇ ਵਿੱਚੋਂ ਸਫਲਤਾ ਨਿਕਲ ਕੇ ਆਊਗੀ। ਕੇਂਦਰ ਦੀ ਸਰਕਾਰ ਝੁਕੂਗੀ। ਅਸੀਂ ਖੁਸ਼ੀ ਚਾਈ ਜਿੱਤ ਕੇ ਘਰ ਨੂੰ ਵਾਪਸ ਆਵਾਂਗੇ। ਸੋਚੀਏ ਆਪਾਂ ਇਹੀ, ਪਰ ਉਹਦੇ ਲਈ ਸਾਨੂੰ ਬਹੁਤ ਸੰਘਰਸ਼ ਕਰਨਾ ਪੈਣਾ। ਉਹਦੇ ਲਈ ਸਾਨੂੰ ਬਹੁਤ ਵੱਡੀ ਹਿੰਮਤ ਮਾਰਨੀ ਪੈਣੀ ਆ। ਕਿਉਂਕਿ ਜਿਵੇਂ ਹੁਣ ਸਾਡੇ ਅੰਦਰ ਚਾਅ 26 ਜਨਵਰੀ ਦੇ ਪ੍ਰਤੀ, ਹੋ ਸਕਦਾ ਇਹ ਕਈ ਮਹੀਨੇ ਲਗਾਤਾਰ ਅੰਦੋਲਨ ਚੱਲੇ ਤੇ ਸਾਡਾ ਦਮ ਨਾ ਫੁੱਲੇ। ਇੱਕ ਤਾਂ ਗੱਲ ਇਹ ਆ। ਦੂਜੀ ਗੱਲ ਇਹ ਹੈ ਵੀ ਜੋ ਕੇਂਦਰ ਦੀ ਸਰਕਾਰ ਨੂੰ ਆਸ ਹੈ ਵੀ ਇਹ ਕਿੰਨੀ ਕੁ ਦੇਰ ਹੋਰ ਚਲਾ ਲੈਣਗੇ, ਇਸ ਆਸ ਨੂੰ ਤੋੜਨਾ ਪੈਣਾ। ਤੇ ਤੀਜੀ ਵੱਡੀ ਗੱਲ ਇਹ ਹੈ ਵੀ ਜਦੋਂ ਹੁਣ ਆਸ ਇਸ ਗੱਲ ਦੀ ਬੇਹੱਦ ਹੈ ਵੀ ਇਸ ਅੰਦੋਲਨ ਦੇ ਵਿੱਚ ਗਲਤ ਅਨਸਰ ਵੜ ਚੁੱਕੇ ਆ ਜਾਂ ਵੜ ਜਾਣਗੇ, ਉਹਨਾਂ ਨੇ ਕੋਈ ਨਾ ਕੋਈ ਖਰੂਦ ਮਚਾ ਦੇਣਾ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਅੰਦੋਲਨ ਨੇ ਬਦਨਾਮ ਹੋ ਜਾਣਾ। ਅਸੀਂ ਇਹਨੂੰ ਬਦਨਾਮ ਨਹੀਂ ਹੋਣ ਦੇਣਾ। ਹੁਣ ਜਦੋਂ 26 ਜਨਵਰੀ ਦੀਆਂ ਤਿਆਰੀਆਂ ਸਿਖਰ ਦੇ ਉੱਤੇ ਸ਼ੁਰੂ ਹੋ ਗਈਆਂ, ਕਿਉਂਕਿ ਹੁਣ 25 ਜਨਵਰੀ ਨੂੰ ਛੁੱਟੀ, 24 ਨੂੰ ਵੀ ਛੁੱਟੀ, ਹੁਣ ਮੀਟਿੰਗਾਂ ਦਾ ਦੌਰ ਖਤਮ ਹੋ ਗਿਆ। ਕਿਉਂਕਿ ਕੇਂਦਰ ਦੇ ਮੰਤਰੀਆਂ ਨੇ ਅੱਜ 2 ਟੁੱਕ ਇਹ ਵੀ ਗੱਲ ਕਹੀ ਹੈ ਵੀ ਜੇ ਤੁਹਾਡਾ ਮਨ ਕਰੇ ਤਾਂ ਸਾਨੂੰ ਦੱਸ ਦਿਓ ਵੀ ਅਸੀਂ ਤੁਹਾਡਾ ਪ੍ਰਸਤਾਵ ਮਨਜ਼ੂਰ ਕਰ ਲਿਆ, ਤੇ ਨਹੀਂ ਤਾਂ ਆਪਾਂ ਨੂੰ ਮੀਟਿੰਗ ਕਰਨ ਦਾ ਫਾਇਦਾ ਕੋਈ ਨਹੀਂ ਗਾ। ਨਰਿੰਦਰ ਸਿੰਘ ਤੋਮਰ ਨੇ ਤਾਂ ਮੀਡੀਆ ਦੇ ਮੂਹਰੇ ਆ ਕੇ ਕੁਝ ਉਹ ਗੱਲਾਂ ਕਹਿ ਦਿੱਤੀਆਂ ਜਿਨ੍ਹਾਂ ਦੀ ਸਾਨੂੰ ਆਸ ਸੀ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਅੰਦੋਲਨ ਦੇ ਪਿੱਛੇ ਕੁਝ ਇਹੋ ਜਿਹੀਆਂ ਤਾਕਤਾਂ ਕੰਮ ਕਰ ਰਹੀਆਂ, ਕੁਝ ਕਿ ਇਹੋ ਜਿਹੇ ਲੋਕ ਆ ਜਿਹੜੇ ਨਹੀਂ ਚਾਹੁੰਦੇ ਕਿ ਕਿਸਾਨ ਅੰਦੋਲਨ ਖਤਮ ਹੋਵੇ ਤੇ ਇਹ ਕਿਸਾਨ ਅੰਦੋਲਨ ਆ ਜਿਹੜਾ ਉਹਨੂੰ ਮਿਸਗਾਈਡ ਕੀਤਾ ਜਾ ਰਿਹਾ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹਦੇ ਪਿੱਛੇ ਕੁਝ ਕੁ ਹੋਰ ਤਾਕਤਾਂ ਜਿਹੜੀਆਂ ਕਿ ਇਸ ਅੰਦੋਲਨ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੀਆਂ। ਮਤਲਬ ਇਹ ਹੈ ਕਿ BJP ਨੇ ਜੋ ਪਹਿਲਾਂ ਕਿਹਾ ਕਈ ਵਾਰ, ਉਹੀ ਗੱਲ ਹੋਣਾ ਵੀ ਇਸ ਅੰਦੋਲਨ ਨੂੰ ਜਾਂ ਤਾਂ ਵਿਰੋਧੀ ਪਾਰਟੀਆਂ ਦੇ ਵੱਲੋਂ ਖੜਾ ਕੀਤਾ ਗਿਆ ਜਾਂ ਫਿਰ ਅਸਮਾਜਿਕ ਤੱਤਾਂ ਦੇ ਵੱਲੋਂ ਖੜਾ ਕੀਤਾ ਗਿਆ। ਇਸੇ ਕਰਕੇ ਇਹ ਸਾਰਾ ਕੁਝ ਹੁਣ ਤੱਕ ਹੋ ਰਿਹਾ। ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਬਹੁਤ ਸਾਰੀਆਂ ਮੰਨੀਆਂ, ਉਹਨਾਂ ਨੇ ਸਾਡੀ ਇੱਕ ਨਹੀਂ ਮੰਨੀ। ਯਾਨੀ ਕਿ ਤੋਮਰ ਹੋਰਾਂ ਨੇ ਅੱਜ ਇਲਜ਼ਾਮਬਾਜ਼ੀ ਵੀ ਕੀਤੀ ਹੈ। ਪਰ ਪਹਿਲਾਂ ਇਸ ਰਿਪੋਰਟ ਦਾ ਅਸੀਂ ਵੇਰਵਾ ਸਾਂਝਾ ਕਰਦੇ ਹਾਂ, ਉਸ ਤੋਂ ਬਾਅਦ ਕਰਾਂਗੇ ਟਿੱਪਣੀ। ਕਿਸਾਨਾਂ ਦਾ ਪ੍ਰਦਰਸ਼ਨ 59ਵੇਂ ਦਿਨ ਦੇ ਵਿੱਚ ਦਿੱਲੀ ਦੀਆਂ ਹੱਦਾਂ ਦੇ ਉੱਤੇ ਜਾਰੀ ਹੈ। ਇਸ ਦਰਮਿਆਨ 11ਵੇਂ ਦੌਰ ਦੀ ਨਵੀਂ ਦਿੱਲੀ ਦੇ ਵਿੱਚ ਹੋਈ ਮੀਟਿੰਗ ਬੇਨਤੀ ਜਾ ਰਹੀ ਹੈ। ਮੀਟਿੰਗ ਦੀ ਅਗਲੀ ਤਰੀਕ ਤੈਅ ਨਹੀਂ ਹੋਈ। ਮੀਟਿੰਗ ਦੌਰਾਨ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ 11ਵੇਂ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਫੈਸਲਾ ਕੋਈ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਭ ਤੋਂ ਚੰਗਾ ਪ੍ਰਸਤਾਵ ਦਿੱਤਾ ਗਿਆ ਜਿਹਦੇ ਉੱਤੇ ਕਿਸਾਨਾਂ ਨੂੰ ਗੌਰ ਕਰਨੀ ਚਾਹੀਦੀ ਹੈ। ਤੋਮਰ ਨੇ ਕਿਹਾ ਕਿ ਮੈਂ ਵੱਡੇ ਭਾਰੀ ਮਨ ਦੇ ਨਾਲ ਇਹ ਗੱਲ ਕਹਿ ਰਿਹਾ ਕਿ ਬਦਕਿਸਮਤੀ ਹੈ
ਕਿ ਕਿਸਾਨਾਂ ਵੱਲੋਂ ਕੋਈ ਸਕਾਰਾਤਮਕ ਉੱਤਰ ਨਹੀਂ ਆਇਆ। ਤੋਮਰ ਨੇ ਕਿਸਾਨ ਨੇਤਾਵਾਂ ਨੂੰ ਕਿਹਾ ਕਿ ਸਰਕਾਰ ਤੁਹਾਡੇ ਸਹਿਯੋਗ ਦੇ ਲਈ ਧੰਨਵਾਦੀ ਹੈ। ਕਾਨੂੰਨ ਦੇ ਵਿੱਚ ਜੇ ਕੋਈ ਕਮੀ ਹੈ, ਅਸੀਂ ਤੁਹਾਡੇ ਸਨਮਾਨ ਦੇ ਵਿੱਚ ਪ੍ਰਸਤਾਵ ਦਿੱਤਾ ਹੈ। ਤੁਸੀਂ ਫੈਸਲਾ ਨਹੀਂ ਕਰ ਸਕੇ। ਤੁਸੀਂ ਜੇਕਰ ਕਿਸੇ ਫੈਸਲੇ ਦੇ ਉੱਤੇ ਪਹੁੰਚਦੇ ਹੋ ਤਾਂ ਸਾਨੂੰ ਸੂਚਿਤ ਕਰ ਦਿਓ, ਇਹਦੇ ਉੱਤੇ ਅਸੀਂ ਫਿਰ ਚਰਚਾ ਕਰਾਂਗੇ। ਦੂਜੇ ਪਾਸੇ ਮੀਟਿੰਗ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਕਿਹਾ ਕਿ ਅਸੀਂ ਕਾਨੂੰਨ ਰੱਦ ਕਰਨ ਦੀ ਮੰਗ ਦੇ ਉੱਤੇ ਕਾਇਮ ਹਾਂ। ਅੰਦੋਲਨ ਜਾਰੀ ਰਹੇਗਾ। ਗੱਲਬਾਤ ਦੀ ਅਗਲੀ ਤਰੀਕ ਤੈਅ ਨਹੀਂ ਹੈ। ਕਰੀਬ 12:45 ਵਜੇ ਸਰਕਾਰ ਤੇ ਕਿਸਾਨ ਆਗੂਆਂ ਦੀ ਇਹ ਮੀਟਿੰਗ ਸ਼ੁਰੂ ਹੋਈ ਸੀ। ਲੰਘੇ ਕੱਲ੍ਹ ਮੀਟਿੰਗ ਦੀ ਸ਼ੁਰੂਆਤ ਦੇ ਵਿੱਚ ਨਰਿੰਦਰ ਸਿੰਘ ਤੋਮਰ ਨੇ ਇਸ ਗੱਲ ਦੇ ਉੱਤੇ ਇਤਰਾਜ਼ ਪ੍ਰਗਟਾਇਆ ਕਿ ਕਿਸਾਨ ਜਥੇਬੰਦੀਆਂ ਆਪਣੇ ਫੈਸਲੇ ਦੀ ਜਾਣਕਾਰੀ ਮੀਡੀਆ ਨਾਲ ਜਨਤਕ ਕਰ ਦਿੰਦੀਆਂ ਨੇ, ਜਦ ਕਿ ਅਗਲੇ ਦਿਨ ਮੀਟਿੰਗ ਹੁੰਦੀ ਹੈ। ਤਕਰੀਬਨ 15-20 ਮਿੰਟ ਦੀ ਮੀਟਿੰਗ ਤੋਂ ਬਾਅਦ ਦੋਵੇਂ ਪੱਖਾਂ ਨੇ ਆਪਣੀਆਂ ਵੱਖੋ ਵੱਖਰੀਆਂ ਮੀਟਿੰਗਾਂ ਕੀਤੀਆਂ। ਕਰੀਬ 5 ਵਜੇ ਕਿਸਾਨ ਨੇਤਾ ਮੀਟਿੰਗ ਦੇ ਵਿੱਚੋਂ ਬਾਹਰ ਨਿਕਲੇ, ਪਰ ਇਨਕਾਰ ਹੋ ਚੁੱਕਿਆ ਸੀ ਕਿ ਅਸੀਂ ਖੇਤੀ ਕਾਨੂੰਨ ਰੱਦ ਬਿਲਕੁਲ ਨਹੀਂ ਕਰ ਸਕਦੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਦੋਂ ਲੰਘੇ ਕੱਲ੍ਹ ਮੀਟਿੰਗ ਹੋਈ ਹੈ 11ਵੇਂ ਦੌਰ ਦੀ, ਤਾਂ ਉਹਦੇ ਵਿੱਚ ਪੈਂਦੀ ਸੱਟੇ ਤੋਮਰ ਹੋਰਾਂ ਨੇ ਇਹ ਗੱਲ ਕਹੀ ਵੀ ਤੁਹਾਡੇ ਨਾਲ ਅਸੀਂ 20 ਤਰੀਕ ਨੂੰ ਇਹ ਗੱਲ ਸਾਂਝੀ ਕੀਤੀ ਸੀ ਕਿ ਅਸੀਂ ਸਾਲ ਜਾਂ 1.5 ਸਾਲ ਦੇ ਲਈ ਕਾਨੂੰਨ ਦੇ ਉੱਤੇ ਆਰਜ਼ੀ ਤੌਰ ਦੇ ਉੱਤੇ ਰੋਕ ਲਾ ਦਿੰਦੇ ਹਾਂ। ਅਸੀਂ ਇੱਕ ਕਮੇਟੀ ਬਣਾ ਲੈਂਦੇ ਹਾਂ, ਕਮੇਟੀ ਚਰਚਾ ਕਰੂਗੀ, ਪਰ ਤੁਸੀਂ ਇਹ ਗੱਲ ਜਾ ਕੇ ਮੀਡੀਆ ਦੇ ਵਿੱਚ ਕਿਉਂ ਨਸ਼ਰ ਕੀਤੀ, ਡਿਸਕਲੋਜ਼ ਕਿਹੜੀ ਗੱਲੋਂ ਕੀਤੀ ਆ? ਉਹਨਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਪ੍ਰਗਟਾਇਆ। ਦੂਜੀ ਗੱਲ ਇਹ ਹੈ ਵੀ ਨਰਿੰਦਰ ਸਿੰਘ ਤੋਮਰ ਤੇ ਉਹਨਾਂ ਦੇ ਜਿਹੜੇ ਬਾਕੀ ਸਾਥੀ ਮੰਤਰੀ ਸੀ, ਉਹ ਇਸ ਮੂਡ ਦੇ ਵਿੱਚ ਸੀ ਆਉਣ ਸਾਰੀ ਵੀ ਅਸੀਂ ਖੇਤੀ ਕਾਨੂੰਨ ਦੇ ਮਾਮਲੇ ਦੇ ਉੱਤੇ ਮੰਨਣਾ ਨਹੀਂ, ਰੱਦ ਅਸੀਂ ਕਰਨੇ ਨਹੀਂ। ਜੇ ਤਾਂ ਸਾਡੇ ਪ੍ਰਸਤਾਵ ਮਨਜ਼ੂਰ ਕਰਦੇ ਤਾਂ ਠੀਕ ਹੈ, ਨਹੀਂ ਤਾਂ ਫਿਰ ਅਸੀਂ ਵੀ ਆਪਣੀ ਅੜੀ ਦੇ ਉੱਤੇ ਆ। ਹੁਣ ਗੱਲ ਆ ਗਈ ਹੈ ਅਸਲ ਦੇ ਵਿੱਚ ਈਗੋ ਤੇ। ਕੇਂਦਰ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਨਾ ਪਿੱਛੇ ਹਟੀਏ, ਤੇ ਕਿਸਾਨ ਆਗੂ ਇਹ ਗੱਲ ਕਹਿੰਦੇ, ਅਸੀਂ ਸਾਰੇ ਕਿਸਾਨ ਆਗੂ ਆ ਜਿਹੜੇ ਉਹ ਵੀ ਚਾਹੁੰਦੇ ਆ, ਹਰ ਕਿਸਾਨ ਵੀ ਚਾਹੁੰਦਾ ਵੀ ਅਸੀਂ ਜਦੋਂ ਆਪਣੀ ਹੱਕੀ ਮੰਗ ਦੇ ਲਈ ਗਏ ਆ ਤਾਂ ਅਸੀਂ ਕਿਹੜੀ ਗੱਲੋਂ ਪਿੱਛੇ ਹਟ ਗਏ। ਹੁਣ ਗੱਲ ਇਸ ਥਾਂ ਦੇ ਉੱਤੇ ਆ ਕੇ ਖੜ ਗਈ ਹੈ ਕਿ ਮਸਲੇ ਦਾ ਹੱਲ ਨਿਕਲਣਾ ਕਿਵੇਂ ਆ ਤੇ ਕਦੋਂ ਨਿਕਲਣਾ, ਇਸ ਦਾ ਪਤਾ ਕਿਸੇ ਨੂੰ ਵੀ ਨਹੀਂ, ਕਿਉਂਕਿ ਕੇਂਦਰ ਦੀ ਸਰਕਾਰ ਨੇ ਤਾਂ ਕਹਿ ਹੀ ਦਿੱਤਾ ਵੀ ਭਾਈ ਤੁਹਾਨੂੰ ਗਲਤ ਤਰੀਕੇ ਦੇ ਨਾਲ ਇਸ ਵਕਤ ਗਾਈਡ ਕੀਤਾ ਜਾ ਰਿਹਾ, ਕਿਸਾਨਾਂ ਨੂੰ ਖਾਸ ਕਰਕੇ। ਉਹਨਾਂ ਦਾ ਤਾਂ ਇਹ ਕਹਿਣਾ ਕਿ ਇਸ ਵਕਤ ਇਸ ਅੰਦੋਲਨ ਦੇ ਪਿੱਛੇ ਹੋਰ ਤਾਕਤਾਂ, ਉਹਨਾਂ ਦਾ ਇਹ ਕਹਿਣਾ ਕਿ ਇਹ ਅੰਦੋਲਨ ਹੁਣ ਨਿਰਾਪੁਰਾ ਕਿਸਾਨੀ ਦੇ ਉੱਤੇ ਆਧਾਰਿਤ ਨਹੀਂ ਰਿਹਾ। ਪਿਛਲੇ ਦਿਨੀ ਇੱਕ ਬੀਜੇਪੀ ਦੇ ਆਗੂ ਨੇ ਗੱਲ ਕਹੀ ਸੀ ਕਿ ਜੇਕਰ ਅੱਜ ਖੇਤੀ ਕਾਨੂੰਨ ਰੱਦ ਕਰ ਵੀ ਦਿੱਤੇ ਜਾਣ, ਕਿਸਾਨ ਤਾਂ ਵੀ ਨਹੀਂ ਜਾਂਦੇ, ਕਿਉਂਕਿ ਮਗਰੋਂ ਹੋਰ ਤਾਕਤਾਂ ਕੰਮ ਕਰ ਰਹੀਆਂ, ਕਿਤੋਂ ਨਾ ਕਿਤੋਂ ਫੰਡਿੰਗ ਹੁੰਦੀ ਹੈ। ਇਹ ਫੰਡਿੰਗ ਨੇ ਬੀਜੇਪੀ ਦਾ ਬਹੁਤ ਨੁਕਸਾਨ ਕਰਵਾਇਆ, ਇਸ ਸ਼ਬਦ ਨੇ ਬੜਾ ਨੁਕਸਾਨ ਕਰਵਾਇਆ, ਇਹਦੇ ਬਾਰੇ ਆਪਾਂ ਜਾਣਦੇ ਹਾਂ। ਪਰ ਹੁਣ ਮਸਲੇ ਦਾ ਹੱਲ ਕੀ ਹੈ? ਸਵਾਲਾਂ ਦਾ ਸਵਾਲ ਇਹ ਹੈ। 26 ਤਰੀਕ ਦੇ ਬਾਬਤ ਕਿਸਾਨ ਆਗੂਆਂ ਨੇ ਬੜਾ ਮਹੱਤਵਪੂਰਨ ਐਲਾਨ ਕੀਤਾ। ਉਹਨਾਂ ਨੇ ਕਿਹਾ ਜੀ ਕਿ ਕੱਲੇ ਘਰ ਦੇ ਵਿੱਚੋਂ ਕੱਲਾ ਬੰਦਾ 26 ਜਨਵਰੀ ਦੇ ਮੌਕੇ ਦਿੱਲੀ ਦੇ ਵਿੱਚ ਪਹੁੰਚ ਜੇ। ਉਹਨਾਂ ਨੇ ਕਿਹਾ ਕਿ ਟਰੈਕਟਰ ਆ ਜਿਹੜੇ ਉਹਦੇ ਪਿੱਛੇ ਇੱਕ ਦੇ ਮਗਰ 2-2 3-3 ਟਰਾਲੀਆਂ ਪਾ ਕੇ ਲਿਆਓ, ਗੱਦੇ ਉਹਨਾਂ ਦੇ ਵਿੱਚ ਵਿਛਾ ਕੇ ਲਿਆਓ, ਤੇ ਇੱਥੇ ਅਣਮਿੱਥੇ ਸਮੇਂ ਦੇ ਲਈ ਤੁਹਾਨੂੰ ਰਹਿਣ ਦਾ ਪ੍ਰੋਗਰਾਮ ਬਣਾਉਣਾ ਪਊਗਾ। ਪਰ ਹਾਂ, ਇਹ ਵੀ ਗੱਲ ਆ ਆਪਾਂ ਸ਼ਾਂਤਮਈ ਰਹਿਣਾ, ਕਿਉਂਕਿ ਇਸ ਵਕਤ ਅੰਦਾਜ਼ੇ ਇਸ ਗੱਲ ਦੇ ਲੱਗ ਰਹੇ ਆ ਕਿ 26 ਜਨਵਰੀ ਨੂੰ ਕੋਈ ਨਾ ਕੋਈ ਹਿੰਸਾ ਵਾਪਰ ਸਕਦੀ ਹੈ, ਕਿਉਂਕਿ ਦਿੱਲੀ ਦੀ ਪੁਲਿਸ ਦੇ ਵੱਲੋਂ ਆਗਿਆ ਦਿੱਤੀ ਨਹੀਂ ਗਈ ਕਿ ਤੁਸੀਂ ਦਿੱਲੀ ਦੀ ਰਿੰਗ ਰੋਡ ਦੇ ਉੱਤੇ ਆ ਕੇ ਆਪਣੀ ਪਰੇਡ ਕਰੋ, ਤੇ ਕਿਸਾਨਾਂ ਨੇ ਅੱਗੋਂ ਇਹ ਗੱਲ ਕਹੀ ਆ ਕਿ ਅਸੀਂ ਰਿੰਗ ਰੋਡ ਦੇ ਉੱਤੇ ਹੀ ਪਰੇਡ ਕਰਾਂਗੇ, ਹੋਰ ਅਸੀਂ ਵੀ ਨਹੀਂ ਕਿਤੇ ਕਰਨੀ ਗੀ। ਮਤਲਬ ਇਹ ਹੈ ਵੀ ਜੇਕਰ ਆਮੋ ਸਾਹਮਣੇ ਦਾ ਮੁਕਾਬਲਾ ਹੁੰਦਾ, ਹਾਲਾਂਕਿ ਅਸੀਂ ਚਾਹੁੰਦੇ ਹਾਂ ਵੀ ਇੱਦਾਂ ਕਦੇ ਵੀ ਨਾ ਹੋਵੇ, ਸ਼ਾਂਤਮਈ ਰਹੇ ਸਾਰਾ ਮਾਹੌਲ, ਇਹਦੇ ਵਿੱਚ ਹੀ ਸਾਡਾ ਸਭ ਦਾ ਭਲਾ। ਪਰ ਜੇਕਰ ਉੱਥੇ ਕੁਝ ਇਹੋ ਜਿਹਾ ਅਣਸੁਖਾਵਾਂ ਵਾਪਰ ਜਾਂਦਾ ਤਾਂ ਜਦੋਂ ਲੱਖਾਂ ਦੀ ਗਿਣਤੀ ਦੇ ਵਿੱਚ ਇੱਧਰੋਂ ਕਿਸਾਨ ਹੋਣਗੇ, ਉਧਰੋਂ ਜੇਕਰ ਉਹਨਾਂ ਦੇ ਵੱਲੋਂ ਫੌਜ ਨੂੰ ਲਾਇਆ ਜਾਂਦਾ, ਉਧਰ ਜੇਕਰ ਪੁਲਿਸ ਜਿਹੜੇ ਆ ਉਹ ਖੜੀ ਹੈ, ਤਾਂ ਫਿਰ ਮਾਹੌਲ ਵਿਗੜ ਵੀ ਸਕਦਾ। ਇਸ ਕਰਕੇ ਸਾਨੂੰ ਚੁਕੰਨੇ ਰਹਿਣ ਦੀ ਲੋੜ ਹੈ। ਬਲਵੀਰ ਸਿੰਘ ਰਾਜੇਵਾਲ ਨੇ ਮੀਟਿੰਗ ਦੇ ਵਿੱਚੋਂ ਬਾਹਰ ਨਿਕਲ ਕੇ ਕੱਲ੍ਹ ਇੱਕ ਬੜੀ ਮਹੱਤਵਪੂਰਨ ਗੱਲ ਕਹੀ ਹੈ। ਉਹ ਕਹਿੰਦੇ ਵੀ ਅਸੀਂ ਲੰਘੀ ਰਾਤ ਇੱਕ ਬੰਦੇ ਨੂੰ ਟਰਾਲੀ ਨੂੰ ਅੱਗ ਲਾਉਂਦੇ ਹੋਏ ਰੰਗੇ ਹੱਥੀਂ ਫੜ ਕੇ ਤੇ ਉਹਨੂੰ ਪੁਲਿਸ ਦੇ ਹਵਾਲੇ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮਿੱਟੀ ਦਾ ਤੇਲ ਪਾ ਕੇ ਟਰਾਲੀ ਦੇ ਉੱਤੇ ਤੇ ਉਹਨੂੰ ਅੱਗ ਲਾ ਦਿੱਤੀ ਗਈ ਸੀ। ਮਾਹੌਲ ਖਰਾਬ ਕਰਨ ਦੀ ਕੁਝ ਕੁ ਲੋਕ ਬਹੁਤ ਕੋਸ਼ਿਸ਼ ਕਰ ਰਹੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਹਰ ਤੀਜੇ ਦਿਨ ਕੋਈ ਨਾ ਕੋਈ ਬੰਦਾ ਫੜ ਕੇ ਜਿਹੜੇ ਕਿ ਗਲਤ ਅਨਸਰ ਆ ਇਸ ਅੰਦੋਲਨ ਦੇ ਵਿੱਚ ਵੜੇ ਹੋਏ, ਉਹ ਪੁਲਿਸ ਦੇ ਹਵਾਲੇ ਕਰਦੇ ਆ। ਇਸ ਤੋਂ ਇਲਾਵਾ ਹੋਰ ਬਹੁਤ ਵੱਡਾ ਨੁਕਸਾਨ ਹੋ ਸਕਦਾ, ਇਸ ਕਰਕੇ ਚੁਕੰਨੇ ਰਹਿਣ ਦੀ ਲੋੜ ਹੈ। ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੇ ਤਾਂ 26 ਤਰੀਕ ਦਾ ਅੰਦੋਲਨ ਰਿਹਾ ਸ਼ਾਂਤਮਈ ਸਾਡਾ, ਫਿਰ ਤਾਂ ਅਸੀਂ ਜਿੱਤ ਗਏ ਤੇ ਮੋਦੀ ਸਰਕਾਰ ਹਾਰ ਗਈ। ਪਰ ਜੇਕਰ ਅਸੀਂ ਭੜਕ ਗਏ ਤੇ ਅਸੀਂ ਹਿੰਸਕ ਹੋ ਗਏ, ਅਸੀਂ ਕੁਝ ਗਲਤ ਕਰਤਾ, ਤਾਂ ਫਿਰ ਮੋਦੀ ਸਰਕਾਰ ਜਿੱਤ ਗਈ ਤੇ ਅਸੀਂ ਹਾਰ ਗਏ। ਇਹ ਚੋਣ ਹੁਣ ਅਸੀਂ ਖੁਦ ਕਰਨੀ ਆ ਵੀ ਕਿਹਨੂੰ ਹਰਾਉਣਾ ਤੇ ਕਿਹਨੂੰ ਅਸੀਂ ਜਿਤਾਉਣਾ, ਆਪ ਜਿੱਤਣਾ ਕਿ ਦੂਜੇ ਨੂੰ ਜਿਤਾਉਣਾ। ਸੋ ਗੱਲ ਉਹਨਾਂ ਦੀ ਆਪਣੀ ਥਾਂ ਦੇ ਉੱਤੇ ਸਹੀ ਹੈ, ਕਿਉਂਕਿ ਜਦੋਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਕਿਸੇ ਵੀ ਪਾਸੇ ਨੂੰ ਜਾ ਰਹੇ ਹੋਣ, ਉਹਦੇ ਵਿੱਚ 2 4 5 ਜਣੇ ਵੀ ਜੇਕਰ ਤੱਤੇ ਭਾਰੇ ਹੋ ਕੇ ਕੁਝ ਗਲਤ ਕਰ ਦੇਣ ਤਾਂ ਉਹਦੇ ਨਾਲ ਪੂਰੇ ਅੰਦੋਲਨ ਦਾ ਨੁਕਸਾਨ ਹੋ ਸਕਦਾ। ਅਸੀਂ ਇਸ ਕਰਕੇ ਆਪੋ ਆਪਣੀ ਜ਼ਿੰਮੇਵਾਰੀ ਲੈ ਕੇ ਘਰਾਂ ਦੇ ਵਿੱਚੋਂ ਨਿਕਲ ਗਏ, ਨਾ ਕਿ ਅਸੀਂ ਉੱਥੇ ਜਾ ਕੇ ਉਹ ਕੁਝ ਕਰੀਏ ਜਿਹਦੀ ਉਡੀਕ ਪਹਿਲਾਂ ਹੀ ਕੀਤੀ ਜਾ ਰਹੀ ਹੈ। ਕੇਂਦਰ ਦੀ ਸਰਕਾਰ ਦੇ
ਦੇ ਵੱਲੋਂ, ਏਜੰਸੀਆਂ ਦੇ ਵੱਲੋਂ, ਗਲਤ ਅਨਸਰਾਂ ਦੇ ਵੱਲੋਂ, ਕੁਝ ਕੁ ਹੋਰ ਤਾਕਤਾਂ ਹੋਣਗੀਆਂ ਜਿਹੜੀਆਂ ਉਡੀਕ ਕਰ ਰਹੀਆਂ ਵੀ ਇਸ ਅੰਦੋਲਨ ਨੇ ਭੜਕ ਜਾਣਾ ਜਾਂ ਅਸੀਂ ਭੜਕਾ ਦੇਣਾ ਤੇ ਬਾਅਦ ਦੇ ਵਿੱਚ ਨੁਕਸਾਨ ਕਿਸਾਨੀ ਅੰਦੋਲਨ ਦਾ ਸਮੁੱਚੇ ਤੌਰ ਦੇ ਉੱਤੇ ਹੋਣਾ। ਇੱਕ ਹੋਰ ਜਾਣਕਾਰੀ ਜਿਹੜੀ ਬਣਦੀ ਹੈ, ਲੰਘੇ ਕੱਲ੍ਹ ਦੀ ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਨੇ ਕੇਂਦਰ ਦੇ ਮੰਤਰੀਆਂ ਮੂਹਰੇ ਕਿਹਾ ਵੀ ਸਾਨੂੰ ਵਾਰ-ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ, ਸਾਨੂੰ ਵਾਰ-ਵਾਰ ਫੋਨ ਦੇ ਉੱਤੇ ਗਾਲਾਂ ਵੀ ਕੱਢੀਆਂ ਜਾਂਦੀਆਂ ਤੇ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ। ਲੰਘੇ ਕੱਲ੍ਹ ਜਦੋਂ ਮੀਟਿੰਗ ਦੇ ਵਿੱਚ ਜਾ ਰਹੇ ਸੀਗੇ ਰੁਲਦੂ ਸਿੰਘ ਮਾਨਸਾ, ਉਹਨਾਂ ਦੀ ਗੱਡੀ ਦੇ ਉੱਤੇ ਦਿੱਲੀ ਦੀ ਪੁਲਿਸ ਦੇ ਵੱਲੋਂ ਹਮਲਾ ਕੀਤਾ ਗਿਆ, ਸ਼ੀਸ਼ੇ ਤੋੜ ਦਿੱਤੇ ਗਏ ਆ। ਇਹ ਸਾਰੇ ਨੁਕਤੇ, ਇਹ ਸਾਰੀਆਂ ਗੱਲਾਂ ਜਿਹੜੀਆਂ ਕੇਂਦਰ ਦੇ ਮੰਤਰੀ ਮੂਹਰੇ ਚੁੱਕੀਆਂ ਗਈਆਂ, ਪਰ ਉਹਨਾਂ ਨੇ ਕੋਈ ਬਹੁਤੀ ਗੌਰ ਫਰਮਾਈ ਨਹੀਂ ਕੀਤੀ। ਮਤਲਬ ਇਹ ਆ ਵੀ ਹੌਲੀ-ਹੌਲੀ ਇਹ ਮਾਮਲਾ ਤਲਖ ਹੁੰਦਾ ਜਾ ਰਿਹਾ। ਵੱਡੀ ਗਿਣਤੀ ਦੇ ਵਿੱਚ ਇਸ ਵਕਤ ਟਰੈਕਟਰ ਨੇ ਜਿਹੜੇ ਉਹ ਦਿੱਲੀ ਦੇ ਵੱਲ ਜਾ ਰਹੇ ਆ। ਪੰਜਾਬ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਜਾਣੇ ਸ਼ੁਰੂ ਹੋ ਚੁੱਕੇ ਆ ਤੇ ਕਮਾਲ ਦੀ ਗੱਲ ਇਹ ਆ, ਸੇਵਾ, ਲੋਕ ਸੇਵਾ ਦੀ ਭਾਵਨਾ ਦੀ ਵੀ ਬਹੁਤ ਸਾਰੀਆਂ ਇਸ ਵਕਤ ਜਥੇਬੰਦੀਆਂ, ਬਹੁਤ ਸਾਰੇ ਪੈਟਰੋਲ ਪੰਪਾਂ ਦੇ ਮਾਲਕ, ਬਹੁਤ ਸਾਰੇ ਟਰਾਂਸਪੋਰਟ ਦੇ ਮਾਲਕ ਇਸ ਵਕਤ ਮਦਦ ਦੀ ਰਾਹ ਦੇ ਉੱਤੇ ਤੁਰੇ ਆ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਤੇਲ ਅਸੀਂ ਆਪਣੇ ਕੋਲੋਂ ਪਵਾਵਾਂਗੇ। ਅੱਜ ਮੈਂ ਕੁਝ ਰਿਪੋਰਟਾਂ ਪੜ੍ਹੀਆਂ, ਵਿਦੇਸ਼ਾਂ ਦੇ ਵਿੱਚੋਂ ਕੁਝ ਕਿ ਇਹੋ ਜਿਹੇ ਸੱਜਣ ਸਾਹਮਣੇ ਆਏ ਆ ਜਿਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ ਇਲਾਕੇ ਦੇ ਵਿੱਚੋਂ 1000 ਟਰੈਕਟਰ ਜਾਂਦਾ, ਭਾਵੇਂ 500 ਜਾਂਦਾ, ਭਾਵੇਂ 100 ਜਾਂਦਾ, ਅਸੀਂ ਉਹਨਾਂ ਦੇ ਵਿੱਚ ਫਲਾਣੇ ਪੈਟਰੋਲ ਪੰਪ ਤੋਂ ਤੇਲ ਆਪਣੀ ਜੇਬ ਦੇ ਵਿੱਚੋਂ ਪਵਾਵਾਂਗੇ। ਮਤਲਬ ਇਹ ਹੈ ਕਿ ਭਾਵੇਂ ਇਸ ਗੱਲ ਨੂੰ ਜਿਵੇਂ ਕੋਈ ਮਰਜ਼ੀ ਪ੍ਰਚਾਰੇ, ਪਰ ਇਹ ਸੇਵਾ ਦੀ ਇੱਕ ਇਹੋ ਜਿਹੀ ਭਾਵਨਾ ਜਿਹਦੇ ਬਾਬਤ ਮੇਰਾ ਖਿਆਲ ਸ਼ਬਦ ਪਾਉਣੇ ਪੈ ਜਾਂਦੇ ਧੰਨਵਾਦ ਕਰਨ ਦੇ ਲਈ। ਇਸ ਤੋਂ ਇਲਾਵਾ ਜੋ ਟਰੈਕਟਰ ਪਰੇਡ ਹੋਣੀ ਆ ਉਹਦੇ ਬਾਬਤ ਤਾਂ ਸਮੇਂ ਦੇ ਉੱਤੇ ਸਾਰੀ ਗੱਲ ਸਾਹਮਣੇ ਆਊਗੀ, ਪਰ ਗੱਲ ਇਹ ਆ ਅਸਲ ਦੇ ਵਿੱਚ ਕਿ ਇਸ ਵਕਤ ਉਤਸ਼ਾਹ ਲੋੜਿਆਂ ਦਾ, ਇਸ ਉਤਸ਼ਾਹ ਦੇ ਬਾਬਤ ਉਦਾਹਰਨਾਂ ਇਹੋ ਜਿਹੀਆਂ ਮਿਲ ਰਹੀਆਂ ਵੀ ਟਰੈਕਟਰ ਹੀ ਟਰੈਕਟਰ ਚਾਰੇ ਪਾਸੇ ਨਜ਼ਰ ਆ ਰਹੇ ਆ। ਤੇ ਮੈਂ ਅੱਜ ਹੈਰਾਨ ਹੋ ਗਿਆ ਗੋਦੀ ਮੀਡੀਆ ਦੇ ਕੁਝ ਅੰਗਾਂ ਦੇ ਵੱਲੋਂ ਕਿਵੇਂ ਬਦਨਾਮ ਕੀਤਾ ਜਾ ਰਿਹਾ। ਇੱਕ ਜ਼ੀ ਨਿਊਜ਼ ਦੇ ਵੱਲੋਂ ਰਿਪੋਰਟ ਨਸ਼ਰ ਕੀਤੀ ਗਈ ਹੈ। ਉਹਨਾਂ ਨੇ ਕਿਹਾ ਜੀ ਕਿ ਇਹ ਟਰੈਕਟਰ ਟੈਰਰ ਆ, ਇਹ ਅਸਲ ਦੇ ਵਿੱਚ ਟਰੈਕਟਰ ਕਾ ਆਤੰਕਵਾਦ ਆਇਆ ਹੋਇਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਤਾਂ ਦਿੱਲੀ ਦਾ ਨੁਕਸਾਨ ਪਹੁੰਚਾਉਣ ਆਏ ਆ। ਉਹਨਾਂ ਨੇ ਕੁਝ ਕੁ ਹੋਰ ਵੀ ਗੱਲਾਂ ਕਹੀਆਂ ਵੀ ਇਹ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਖਤਰਨਾਕ ਮਨਸੂਬਿਆਂ ਦੇ ਨਾਲ ਲੋਕ ਆਏ ਹੋਏ ਆ, ਇਹ ਟਰੈਕਟਰਾਂ ਦੀ ਆੜ ਦੇ ਵਿੱਚ ਬਹੁਤ ਕੁਝ ਗਲਤ ਕਰਨ ਵਾਲੇ ਆ। ਉਹਨਾਂ ਨੇ ਕੁਝ ਕੁ ਤਸਵੀਰਾਂ ਵੀ ਪੇਸ਼ ਕੀਤੀਆਂ। ਵੈਸੇ ਤਾਂ ਗੋਦੀ ਮੀਡੀਆ ਨੂੰ ਲਾਹਣਤਾਂ ਉਦੋਂ ਵੀ ਬਹੁਤ ਪਈਆਂ ਜਦੋਂ ਇਹਨਾਂ ਨੇ ਗਲਤ ਹਰ ਰਿਪੋਰਟ ਵਿਗਾੜ ਕੇ ਪੇਸ਼ ਕੀਤੀ, ਰਵੀ ਸਿੰਘ ਨੂੰ ਅੱਤਵਾਦੀ ਕਿਹਾ, ਪਰ ਇੰਨੀਆਂ ਲਾਹਣਤਾਂ ਪੈਣ ਦੇ ਬਾਵਜੂਦ ਉਹ ਟਲੇ ਨਹੀਂ, ਉਹ ਰੁਕਦੇ ਨਹੀਂ, ਉਹ ਹਾਲੇ ਵੀ ਉਹੀ ਗੱਲਾਂ ਕਰ ਰਹੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਵੀ ਕਿਵੇਂ ਤਿਆਰੀਆਂ ਸਿਖਰ ਦੇ ਉੱਤੇ ਆ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਹਰ ਖੇਤਰ ਦੇ ਵਿੱਚੋਂ ਤੇ ਹਰਿਆਣੇ ਦੇ ਹਰ ਥਾਂ ਤੋਂ ਲਗਾਤਾਰ ਦਿੱਲੀ ਵੱਲ ਟਰੈਕਟਰ ਜਾਣੇ ਸ਼ੁਰੂ ਹੋ ਚੁੱਕੇ ਨੇ। ਆਸ ਕੀਤੀ ਜਾ ਰਹੀ ਹੈ ਕਿ 2 ਲੱਖ ਤੋਂ ਉੱਪਰ ਟਰੈਕਟਰ ਵੱਖ-ਵੱਖ ਸੂਬਿਆਂ ਦੇ ਵਿੱਚੋਂ ਦਿੱਲੀ ਦੇ ਵੱਲ ਕੂਚ ਕਰ ਚੁੱਕੇ ਨੇ ਤੇ ਇਹਨਾਂ ਟਰੈਕਟਰਾਂ ਦੇ ਵੱਲੋਂ ਪਰੇਡ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਇੱਥੇ ਵੀ ਦੱਸਣਾ ਬਣਦਾ ਕਿ ਕੇਂਦਰ ਦੀ ਸਰਕਾਰ ਤੇ ਦਿੱਲੀ ਦੀ ਪੁਲਿਸ ਇਸ ਗੱਲੋਂ ਕੰਬੀ ਹੋਈ ਹੈ ਵੀ ਕਿਤੇ ਟਰੈਕਟਰਾਂ ਦੀ ਇੰਨੀ ਵੱਡੀ ਗਿਣਤੀ ਕਰਕੇ ਕੋਈ ਸਮੱਸਿਆ ਨਵੀਂ ਨਾ ਖੜੀ ਹੋ ਜਾਵੇ। ਇਸ ਤੋਂ ਇਲਾਵਾ ਬਹੁਤ ਸਾਰੇ ਸਮਾਜ ਸੇਵੀ ਲੋਕ ਅੱਗੇ ਆਏ ਨੇ। ਬੇਸ਼ੱਕ ਹੁਣ ਤੱਕ ਸਮਾਜ ਸੇਵਾ ਇਸ ਮਾਮਲੇ ਦੇ ਵਿੱਚ ਕਰਨ ਵਾਲੇ ਲੋਕਾਂ ਦੀ ਘਾਟ ਨਹੀਂ, ਪਰ ਤਾਜ਼ਾ ਜਾਣਕਾਰੀ ਦੇ ਮੁਤਾਬਕ ਕੁਝ ਕੁ ਖਿਡਾਰੀਆਂ ਦੇ ਵੱਲੋਂ ਵੀ ਇਸ ਵਕਤ ਆਪਣੀ ਸੇਵਾ ਭਾਵਨਾ ਦੇ ਤਹਿਤ ਮਦਦ ਕੀਤੀ ਜਾ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਕੋਲਨ ਜਰਮਨੀ ਦੇ ਵੱਲੋਂ ਸਿੰਘੂ ਬਾਰਡਰ ਦੇ ਉੱਤੇ ਕਬੱਡੀ ਕੱਪ ਕਰਵਾਇਆ ਗਿਆ, ਜਿਹਦੇ ਵਿੱਚ ਪੰਜਗਰਾਈ ਵਾਲੇ ਬਲਕਰਨ ਸਿੰਘ, ਇੰਦਰਜੀਤ ਸਿੰਘ, ਤਲਵੰਡੀ ਚੌਧਰੀਆਂ ਤੇ ਕਾਲਾ ਟਹਿਣਾ ਕੈਲਗਰੀ ਦੇ ਵੱਲੋਂ ਵੀ ਯੋਗਦਾਨ ਪਾਇਆ ਗਿਆ। ਇਹਨਾਂ ਸਾਰੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਿੰਘੂ ਬਾਰਡਰ ਦੇ ਉੱਤੇ ਕਰਵਾਏ ਗਏ ਕਬੱਡੀ ਕੱਪ ਦੇ ਵਿੱਚ ਜਿੰਨੀ ਵੀ ਮਾਇਆ ਇਕੱਠੀ ਹੋਈ ਹੈ ਉਹ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਕੋਲਨ ਜਰਮਨੀ ਦੇ ਵੱਲੋਂ ਉਹਨਾਂ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ। ਇੱਥੇ ਵੀ ਦੱਸਣਾ ਬਣਦਾ ਹੈ ਕਿ ਇਸ ਕਬੱਡੀ ਕੱਪ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਜੋ ਵੱਖ-ਵੱਖ ਜਥੇਬੰਦੀਆਂ, ਵੱਖ-ਵੱਖ ਕਲੱਬਾਂ, ਵੱਖ-ਵੱਖ ਪੰਚਾਇਤਾਂ ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਕੀਤੇ ਗਏ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਹੁਣ ਲਗਾਤਾਰ ਮਦਦ ਦੇ ਲਈ ਹੱਥ ਅੱਗੇ ਵਧਣੇ ਸ਼ੁਰੂ ਹੋਏ ਆ, ਉਹਨੂੰ ਦੇਖ ਕੇ ਇਉਂ ਲੱਗਦਾ ਕਿ ਛੇਤੀ ਸਾਡਾ ਕਿਤੇ ਦਮ ਨਹੀਂ ਫੁੱਲੇਗਾ। ਦੂਜੀ ਵੱਡੀ ਗੱਲ ਇਹ ਹੈ, ਜਿਵੇਂ ਕਿ ਅਸੀਂ ਮੁੱਢ ਦੇ ਵਿੱਚ ਕਹੀ ਹੈ, ਇਸ ਵਕਤ 26 ਜਨਵਰੀ ਦੇ ਪ੍ਰਤੀ ਸਾਡੇ ਅੰਦਰ ਲੋੜਿਆਂ ਦਾ ਚਾਅ, ਪਰ ਇਸ ਚਾਅ ਦੇ ਨਾਲ, ਇਸ ਜੋਸ਼ ਦੇ ਨਾਲ ਸਾਨੂੰ ਆਪਣੀ ਹੋਸ਼ ਵੀ ਕਾਇਮ ਰੱਖਣੀ ਪਊਗੀ। ਜੇਕਰ ਅਸੀਂ ਹੋਸ਼ ਗਵਾਤੀ ਤਾਂ ਫਿਰ ਵੀ ਸਾਡਾ ਨੁਕਸਾਨ, ਤੇ ਜੇਕਰ ਅਸੀਂ ਜੋਸ਼ ਮੁਕਾ ਲਿਆ ਤੇ ਫਿਰ ਵੀ ਸਾਡਾ ਨੁਕਸਾਨ। ਇਸ ਕਰਕੇ ਜੋਸ਼ ਤੇ ਹੋਸ਼ ਦਾ ਸੁਮੇਲ ਹੋਣਾ ਚਾਹੀਦਾ, ਤਾਂ ਹੀ ਇਹ ਅੰਦੋਲਨ ਆਉਂਦੇ ਸਮੇਂ ਦੇ ਵਿੱਚ ਸਫਲ ਹੋਣਾ। ਪਰ ਇਸ ਗੱਲ ਦਾ ਵੀ ਚੇਤਾ ਰੱਖਿਓ ਵੀ 26 ਤੋਂ ਬਾਅਦ 27 ਤਰੀਕ ਹੈ ਜਿਹੜੀ, ਇਹ ਨਾ ਹੋਵੇ ਉਸ ਦਿਨ ਸਾਡਾ ਜੋਸ਼ ਮੱਠਾ ਪੈ ਜੇ, ਕਿਉਂਕਿ ਇਸ ਅੰਦੋਲਨ ਦੇ ਹੋ ਸਕਦਾ 4 ਮਹੀਨੇ ਚੱਲਣਾ ਹੋਵੇ, ਹੋ ਸਕਦਾ 1.5 ਮਹੀਨਾ ਚੱਲਣਾ ਹੋਵੇ, ਹੋ ਸਕਦਾ 4 ਦਿਨ ਚੱਲਣਾ ਹੋਵੇ, ਪਰ ਸਾਨੂੰ ਮਾਨਸਿਕ ਤੌਰ ਦੇ ਉੱਤੇ ਤਿਆਰ ਰਹਿਣਾ ਪਊਗਾ। ਇਸ ਵਕਤ ਆਸ ਇਸ ਗੱਲ ਦੀ ਕੀਤੀ ਜਾ ਰਹੀ ਹੈ ਕੁਝ ਕੁ ਲੋਕਾਂ ਦੇ ਵੱਲੋਂ ਕਿ ਜੀ ਇਹ ਅੰਦੋਲਨ ਛੇਤੀ ਖਤਮ ਹੋ ਜਾਣਾ, ਇਸ ਅੰਦੋਲਨ ਦੇ ਵਿੱਚ ਬਹੁਤ ਘੱਟ ਗਿਣਤੀ ਦੇ ਵਿੱਚ ਲੋਕ ਰਹਿ ਜਾਣੇ ਆ। ਜਦੋਂ ਇਹ ਗੱਲ ਵਾਰ-ਵਾਰ ਪ੍ਰਚਾਰੀ ਜਾ ਰਹੀ ਹੈ ਕਿ ਇਹ ਤੋਂ ਆਤੰਕੀ ਹੈ,
ये तो ट्रैक्टरों के नाम पर बहुत बड़े गुंडे आए हैं, ये तो ऐसे हैं, ये तो वैसे हैं, उस वक्त साਡੀਆਂ ਜ਼ਿੰਮੇਵਾਰੀਆਂ ਦੇ ਵਿੱਚ ਕਈ ਗੁਣਾ ਵਾਧਾ ਹੋ ਜਾਂਦਾ ਹੈ। ਸੋ ਉਸ ਤੋਂ ਅਗਲੀ ਗੱਲ ਇਹ ਆ ਕਿ ਰਾਜਨੀਤੀ ਵੀ ਸਿਖਰ ਦੇ ਉੱਤੇ ਹੈ। ਅੰਨਾ ਹਜ਼ਾਰੇ ਨੇ ਇਹ ਗੱਲ ਕਹੀ ਹੈ ਕਿ 30 ਤਰੀਕ ਤੋਂ ਮੈਂ ਮਰਨ ਵਰਤ ਦੇ ਉੱਤੇ ਬੈਠਣ ਲੱਗਾ, ਕਿਸਾਨੀ ਮੰਗਾਂ ਨਹੀਂ ਮੰਨਦੇ। ਬਾਕੀ ਰਾਜਨੀਤਿਕ ਪਾਰਟੀਆਂ ਨੇ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਹੈ ਕਿ ਅਸੀਂ ਵੀ ਟਰੈਕਟਰ ਪਰੇਡ ਦੇ ਵਿੱਚ ਹਿੱਸਾ ਲੈਣਾ। ਹਾਲਾਂਕਿ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਝੰਡਾ ਆਪਦਾ ਘਰੇ ਰੱਖ ਕੇ ਆਇਓ, ਸਿਰਫ ਤੇ ਸਿਰਫ ਕਿਸਾਨੀ ਝੰਡਾ ਲਾਉਣਾ। ਪਰ ਉਹ ਬੇਸ਼ੱਕ ਕਿਸਾਨੀ ਝੰਡਾ ਲਾ ਕੇ ਆਉਣ, ਪਰ ਪਤਾ ਤਾਂ ਹੈ ਕਿ ਫਲਾਣਾ ਜਿਹੜਾ ਬੰਦਾ ਆਇਆ ਉਹ ਕਿਹੜੀ ਪਾਰਟੀ ਦਾ, ਫਲਾਣਾ ਆਗੂ ਕਿਹੜੀ ਪਾਰਟੀ ਦੇ ਵੱਲੋਂ ਆਇਆ, ਇਹਨਾਂ ਦਾ ਕਾਫਲਾ ਕਿਹੜੀ ਮਨਸ਼ੇ ਦੇ ਤਹਿਤ ਆਇਆ। 2022 ਦੇ ਮੱਦੇਨਜ਼ਰ ਪੰਜਾਬ ਦੀਆਂ ਤੇ ਹੋਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਿਹੜੀਆਂ ਕਿਸੇ ਵੀ ਸੂਬੇ ਦੀਆਂ, ਉਹਨਾਂ ਦੇ ਵੱਲੋਂ ਸਿਆਸੀ ਰੋਟੀਆਂ ਸੇਕਣ ਦੇ ਲਈ ਇਸ ਤਪੇ ਹੋਏ ਤੰਦੂਰ ਦੇ ਵਿੱਚ ਆਪਦੇ ਦੋ ਪਰੌਂਠੇ ਲਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪਰ ਸਾਨੂੰ ਸਭ ਨੂੰ ਇਹ ਗੱਲ ਸਮਝਣੀ ਪਊਗੀ ਕਿ ਅਸੀਂ ਸ਼ਾਂਤਮਈ ਰਹਿਣਾ। ਜੇਕਰ ਕਿਸੇ ਨੇ ਇੱਕ ਦੋਵਾਂ ਨੇ ਵੀ ਹੱਲਾ ਗੁੱਲਾ ਕਰਤਾ ਤਾਂ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਣਾ। ਇਸ ਵਕਤ ਕਿਸਾਨ ਜਥੇਬੰਦੀਆਂ ਦੇ ਆਗੂ ਡਟੇ ਹੋਏ ਆ, ਪਰ ਉਹਨਾਂ ਦੇ ਡਟੇ ਰਹਿਣ ਦੇ ਨਾਲ ਕੁਝ ਨਹੀਂ ਹੋਣਾਗਾ, ਕਿਉਂਕਿ ਜੇਕਰ 40 ਜਾਣੇ 45 ਜਾਣੇ ਜਾਂ ਜੇਕਰ 500 ਕਿਸਾਨ ਜਥੇਬੰਦੀਆਂ ਦੇ 500 ਜਾਣੇ ਪ੍ਰਧਾਨ ਆ ਜਿਹੜੇ ਉਹ ਡਟੇ ਹੋਏ ਆ, ਤੇ ਆਪਾਂ ਮਗਰੋਂ ਜਿਹੜੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਆ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਗਲਤ ਅਨਸਰ ਹੋਇਆ ਤਾਂ ਮਾਹੌਲ ਖਰਾਬ ਹੋ ਜਾਣਾ। ਇਸ ਮਾਹੌਲ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੀਦਾ, ਕਿਉਂਕਿ ਆਸ ਇਸ ਗੱਲ ਦੀ, ਮੈਂ ਫਿਰ ਉਹੀ ਗੱਲ ਦੁਹਰਾਉਣ ਲੱਗਾ ਜਿਹੜੀ ਪਹਿਲੀ ਖਬਰ ਦੇ ਵਿੱਚ ਸੀ, ਆਸ ਇਸ ਗੱਲ ਦੀ ਕੀਤੀ ਜਾ ਰਹੀ ਹੈ ਕਿ ਮਾਹੌਲ ਖਰਾਬ ਹੋ ਜਾਣਾ। ਆਸ ਇਸ ਗੱਲ ਦੀ ਕੀਤੀ ਜਾ ਰਹੀ ਹੈ ਕਿ ਉੱਥੇ ਖੂਨ ਖਰਾਬਾ ਵੀ ਹੋ ਸਕਦਾ। ਆਸ ਇਸ ਗੱਲ ਦੀ ਕੀਤੀ ਜਾ ਰਹੀ ਹੈ ਕਿ ਅਣਸੁਖਾਵਾਂ ਕੁਝ ਵਾਪਰ ਸਕਦਾ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਕਾਟਾ ਫੇਰਨਾ, ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਸਹੀ ਨਹੀਂ ਸਾਬਤ ਹੋਣ ਦੇਣਾ, ਤੇ ਅਸੀਂ ਇਹ ਦੱਸਣਾ ਵੀ ਅਸੀਂ ਕਿਸਾਨ ਆ ਜਿਹੜੇ ਉਹ ਦੁਨੀਆ ਭਰ ਦੇ ਵਿੱਚ ਆਪਣੇ ਸ਼ਾਂਤੀ ਦੇ ਸੁਨੇਹੇ ਕਰਕੇ ਵੀ ਜਾਣੇ ਜਾਂਦੇ ਆ, ਪਛਾਣੇ ਜਾਂਦੇ ਆ, ਤੇ ਅੰਨਦਾਤਾ ਅਖਵਾਉਣ ਦਾ ਸਾਡੇ ਕੋਲੇ ਰੁਤਬਾ ਪਹਿਲਾਂ ਹੀ ਹੈਗਾ ਜੀ। ਲੰਘੇ ਕੱਲ ਬੇਹੱਦ ਦੁੱਖ ਹੋਇਆ ਕਿਉਂਕਿ ਇੱਕ ਕਲਾਵਾਨ ਵਿਅਕਤੀ 80 ਸਾਲ ਦੀ ਉਮਰ ਦੇ ਵਿੱਚ ਜਹਾਨੋਂ ਕੂਚ ਕਰ ਗਿਆ, ਨਰਿੰਦਰ ਚੰਚਲ। ਨਰਿੰਦਰ ਚੰਚਲ ਦੀਆਂ ਭੇਟਾਂ ਬਚਪਨ ਤੋਂ ਸੁਣਦੇ ਆਏ ਆ। ਕੰਨ ਮਲੇਲ ਕਦੇ ਨਾ ਕਦੇ ਪੈਂਦੀ ਸੀ। ਜਿਹਦੀ ਜਿਹੋ ਜਿਹੀ ਦਿਲਚਸਪੀ ਆ ਉਹਨੇ ਉਹੋ ਜਿਹਾ ਗੀਤ ਸੰਗੀਤ ਸੁਣਨਾ ਹੁੰਦਾ। ਕਿਸੇ ਨੇ ਕੋਈ ਧਾਰਮਿਕ ਗਾਣਾ ਸੁਣਨਾ, ਕਿਸੇ ਨੇ ਕੁਛ ਸੁਣਨਾ, ਕਿਸੇ ਨੇ ਗਜ਼ਲਾਂ ਸੁਣਨੀਆਂ। ਨਰਿੰਦਰ ਚੰਚਲ ਹੋਰਾਂ ਦੀ ਆਵਾਜ਼ ਬਹੁਤ ਵਧੀਆ ਸੀ, ਮਖਮਲੀ ਆਵਾਜ਼ ਦੇ ਮਾਲਕ ਸੀ। ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਕੀਤਾ ਗਾਇਕੀ ਦੇ ਵਿੱਚ। ਮੈਂ ਰਿਪੋਰਟ ਪੜ੍ਹੀ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜਦੋਂ ਪਹਿਲਾ ਹੀ ਗੀਤ ਪੇਸ਼ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੂੰ ਫਿਲਮਫੇਅਰ ਪੁਰਸਕਾਰ ਮਿਲ ਗਿਆ ਸੀ। ਇਹ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਸੀ। ਬੇਸ਼ੱਕ ਉਮਰ ਦੇ 80ਵੇਂ ਵਰ੍ਹੇ ਦੇ ਵਿੱਚ ਸੀ, ਪਰ ਪਿਛਲੇ ਕੁਝ ਕੁ ਮਹੀਨਿਆਂ ਤੱਕ ਉਹ ਬੜੇ ਸਰਗਰਮ ਸੀ ਤੇ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਬਾਰੇ ਕੋਈ ਵੀ ਖਬਰ ਨਹੀਂ ਸੀ ਆ ਰਹੀ। ਪਰ ਜਦੋਂ ਉਹਨਾਂ ਦੀ ਮੌਤ ਹੋਈ ਤਾਂ ਪਤਾ ਲੱਗਾ ਕਿ ਉਹ ਪਿਛਲੇ 2.5-3 ਮਹੀਨਿਆਂ ਤੋਂ ਲਗਾਤਾਰ ਕੋਮਾ ਦੇ ਵਿੱਚ ਸੀ। ਉਹ ਬੇਸੁਰਤੀ ਦੇ ਵਿੱਚ ਸੀ, ਉਹਨਾਂ ਨੂੰ ਦਿਮਾਗ ਦੀ ਸਮੱਸਿਆ ਆ ਗਈ ਸੀ, ਹਸਪਤਾਲ ਦੇ ਵਿੱਚ ਭਰਤੀ ਸੀ। ਜਾਣਾ ਬੇਸ਼ੱਕ ਇਸ ਜਹਾਨ ਤੋਂ ਹਰ ਕਿਸੇ ਨੇ ਆ, ਮੈਂ ਵੀ ਜਾਣਾ, ਤੁਸੀਂ ਵੀ ਜਾਣਾ, ਸਭਨਾਂ ਨੇ ਜਾਣਾ। ਪਰ ਜਿਹੜੇ ਬੰਦੇ ਨੇ ਕੁਝ ਕੀਤਾ ਹੋਵੇ, ਭਾਵੇਂ ਉਹ ਕਿਸੇ ਵੀ ਖੇਤਰ 'ਚ ਕੀਤਾ ਹੋਵੇ, ਉਸ ਬੰਦੇ ਦੀ ਯਾਦ ਆਉਂਦੀ ਹੈ। ਉਹ ਬੰਦਾ ਸਾਨੂੰ ਟੱਬਰ ਦੇ ਜੀ ਵਰਗਾ ਲੱਗਣ ਲੱਗ ਪੈਂਦਾ। ਭਾਵੇਂ ਕੋਈ ਕਿਸੇ ਧਰਮ ਨਾਲ ਸੰਬੰਧ ਰੱਖੇ, ਕੋਈ ਨਾ ਰੱਖੇ, ਇਹਦੇ ਨਾਲ ਮੇਰਾ ਕੋਈ ਤਲਕ ਨਹੀਂ ਗਾ। ਪਰ ਗੱਲ ਅਸਲ ਦੇ ਵਿੱਚ ਇਹ ਹੈ ਬਈ ਕੋਈ ਭੇਟਾਂ ਗਾਵੇ ਤੇ ਕੋਈ ਸ਼ਬਦ ਗਾਇਨ ਕਰੇ, ਕੋਈ ਹੋਰ ਕੁਛ ਗਾਵੇ ਤੇ ਕੋਈ ਜਿਹਦੀ ਮਰਜ਼ੀ ਆ ਉਹ ਸਿਨਫ ਗਾਵੇ। ਪਰ ਦੁੱਖ ਹੁੰਦਾ ਜਿਹੜਾ ਬੰਦਾ ਘਰ ਘਰ ਦੇ ਵਿੱਚ ਸਤਿਕਾਰਿਆ ਜਾਂਦਾ ਹੋਵੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਚੱਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ ਤੇ ਤੂਨੇ ਮੁਝੇ ਬੁਲਾਇਆ ਸ਼ੇਰਾਂ ਵਾਲੀਏ ਵਰਗੇ ਮਸ਼ਹੂਰ ਗੀਤਾਂ ਜਾਂ ਕਹਿ ਦੇਈਏ ਭੇਟਾਂ ਨੂੰ ਆਵਾਜ਼ ਦੇਣ ਵਾਲੇ ਨਰਿੰਦਰ ਚੰਚਲ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। 80 ਸਾਲ ਦੇ ਚੰਚਲ ਲੰਮੇ ਸਮੇਂ ਤੋਂ ਬਿਮਾਰ ਸਨ ਤੇ ਪਿਛਲੇ 2 ਮਹੀਨਿਆਂ ਤੋਂ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਸਨ। ਸ਼ੁੱਕਰਵਾਰ ਨੂੰ ਦੁਪਹਿਰੇ 12:15 ਦੇ ਉੱਤੇ ਉਹਨਾਂ ਨੇ ਆਖਰੀ ਸਾਹ ਲਿਆ। ਅੰਮ੍ਰਿਤਸਰ ਦੇ ਇੱਕ ਪੰਜਾਬੀ ਪਰਿਵਾਰ ਦੇ ਵਿੱਚ 16 ਅਕਤੂਬਰ 1940 ਨੂੰ ਚੰਚਲ ਦਾ ਜਨਮ ਹੋਇਆ। ਪਿਤਾ ਚੇਤਰਾਮ ਖਰਬੰਦਾ ਤੇ ਮਾਤਾ ਕੈਲਾਸ਼ਵਤੀ ਦੇ ਘਰ ਜੰਮੇ। ਚੰਚਲ ਨੇ ਬਚਪਨ ਤੋਂ ਹੀ ਮਾਂ ਨੂੰ ਦੇਵੀ ਦੇ ਭਜਨ ਗਾਉਂਦੇ ਹੋਏ ਸੁਣਿਆ ਤੇ ਸੰਗੀਤ ਦੀ ਚੇਟਕ ਉਹਨਾਂ ਨੂੰ ਇੱਥੋਂ ਹੀ ਲੱਗੀ। ਇਸ ਤੋਂ ਬਾਅਦ ਚੰਚਲ ਨੇ ਪ੍ਰੇਮ ਤ੍ਰਿਖਾ ਤੋਂ ਸੰਗੀਤ ਸਿੱਖਿਆ ਤੇ ਉਹ ਵੀ ਭਜਨ ਗਾਉਣ ਲੱਗੇ। ਭਜਨ ਸਮਰਾਟ ਨਰਿੰਦਰ ਚੰਚਲ ਨੇ ਕਈ ਪ੍ਰਸਿੱਧ ਭਜਨਾਂ ਦੇ ਨਾਲ ਹਿੰਦੀ ਫਿਲਮਾਂ ਦੇ ਵੀ ਗਾਣੇ ਗਾਏ। ਉਹਨਾਂ ਨੇ ਨਾ ਸਿਰਫ ਸ਼ਾਸਤਰੀ ਸੰਗੀਤ ਦੇ ਵਿੱਚ ਆਪਣਾ ਨਾਂ ਕਮਾਇਆ, ਬਲਕਿ ਲੋਕ ਸੰਗੀਤ ਦੇ ਵਿੱਚ ਵੀ ਉਹਨਾਂ ਨੇ ਲੋਕਾਂ ਦੇ ਦਿਲਾਂ ਨੂੰ ਜਿੱਤਿਆ। ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ ਜਾਂ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਭੇਟਾਂ ਨੇ ਜਿਨ੍ਹਾਂ ਕਰਕੇ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਨਾਂ ਹੋਇਆ। ਬਾਲੀਵੁੱਡ ਦੇ ਵਿੱਚ ਉਹਨਾਂ ਦਾ ਸਫ਼ਰ ਰਾਜ ਕਪੂਰ ਦੇ ਨਾਲ ਸ਼ੁਰੂ ਹੋਇਆ। ਫਿਲਮ ਬੌਬੀ ਦੇ ਵਿੱਚ ਉਹਨਾਂ ਨੇ ਬੇਸ਼ੱਕ ਮੰਦਰ ਮਸਜਿਦ ਤੋੜੋ ਗਾਇਆ ਸੀ। ਇਸ ਗਾਣੇ ਦੇ ਲਈ ਉਹਨਾਂ ਨੂੰ ਬੈਸਟ ਸਿੰਗਰ ਦਾ ਫਿਲਮਫੇਅਰ ਪੁਰਸਕਾਰ ਮਿਲਿਆ। ਉਹਨਾਂ ਦਾ ਫਿਲਮੀ ਸਫ਼ਰ ਵੀ ਖਾਸਾ ਲੰਮਾ ਚੌੜਾ ਰਿਹਾ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਲੰਘੇ ਸਾਲ ਯਾਨੀ ਕਿ 2020 ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਨਾਮਣੇ ਵਾਲੀਆਂ ਸ਼ਖਸੀਅਤਾਂ ਸਾਨੂੰ ਛੱਡ ਗਈਆਂ ਜਿਨ੍ਹਾਂ ਦੀ ਸਾਡੇ ਸੰਗੀਤ ਖੇਤਰ ਨੂੰ, ਜਿਨ੍ਹਾਂ ਦੀ ਵੱਖ-ਵੱਖ ਹੋਰ ਕਲਾਵਾਂ ਨੂੰ ਬਹੁਤ ਵੱਡੀ ਜ਼ਰੂਰਤ ਸੀ। ਤੇ ਇਸ ਚੜ੍ਹਦੇ ਵਰ੍ਹੇ ਦੇ ਵਿੱਚ ਹੀ ਆਪਾਂ ਜਾਣਦੇ ਵੀ ਪਹਿਲੇ ਮਹੀਨੇ ਦੇ ਵਿੱਚ ਹੀ ਜਦੋਂ ਨਰਿੰਦਰ ਚੰਚਲ ਵਰਗੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਦੁੱਖ ਹੋਣਾ ਕੁਦਰਤੀ ਹੈ। ਦੇਖੋ ਗੱਲ ਇਹ ਹੈ
ਕਿ ਪਰਿਵਾਰ ਨੂੰ ਦੁੱਖ ਹੋਣਾ ਕੁਦਰਤੀ ਆ, ਸੰਭਵ ਆ, ਇਹ ਗੱਲ ਆਪਾਂ ਸਮਝ ਸਕਦੇ ਹਾਂ ਵੀ ਜਿੰਨਾ ਉਹਨਾਂ ਦਾ ਸਰਕਲ ਹੋਊਗਾ, ਦਾਇਰਾ ਹੋਊਗਾ, ਉਹਨਾਂ ਸਾਰਿਆਂ ਨੂੰ ਦੁੱਖ ਹੈ। ਪਰ ਜਿਹੜੇ ਲੋਕਾਂ ਨੇ ਕਿਸੇ ਵੀ ਕਲਾਕਾਰ, ਕਿਸੇ ਖਿਡਾਰੀ, ਕਿਸੇ ਰਾਜਨੀਤਿਕ ਵਿਅਕਤੀ, ਕਿਸੇ ਵੀ ਹੋਰ ਵਿਗਿਆਨੀ ਦਾ ਪ੍ਰਭਾਵ ਕਬੂਲਿਆ ਹੋਵੇ, ਉਹਨਾਂ ਨੂੰ ਵੀ ਦੁੱਖ ਹੋਣਾ ਕੁਦਰਤੀ ਹੈ। ਹਰ ਕਿਸੇ ਦੀ ਕਿਸੇ ਨਾਲ ਪਰਿਵਾਰਕ ਸਾਂਝ ਨਹੀਂ ਹੁੰਦੀ, ਪਰ ਕਈਆਂ ਨੂੰ ਦੁੱਖ ਹੁੰਦਾ ਤੇ ਇਸ ਦੁੱਖ ਨੂੰ ਸਮਝਿਆ ਜਾ ਸਕਦਾ ਸੰਵੇਦਨਸ਼ੀਲ ਬਣ ਕੇ। ਸੋ ਨਰਿੰਦਰ ਚੰਚਲ ਹੋਰਾਂ ਨੇ ਗਾਇਕੀ ਦੇ ਖੇਤਰ ਦੇ ਵਿੱਚ ਭਾਵੇਂ ਉਹ ਭਜਨ ਗਾਇਕੀ ਹੈ ਤੇ ਭਾਵੇਂ ਲੋਕ ਗਾਇਕੀ ਹੈ, ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਉਹਨਾਂ ਦੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਤੋਂ ਲੈ ਕੇ ਤੇ ਬਾਕੀ ਵੱਡੇ ਵੱਡੇ ਰਾਜਨੇਤਾਵਾਂ ਦੇ ਵੱਲੋਂ, ਵੱਡੇ ਵੱਡੇ ਕਲਾਕਾਰਾਂ ਦੇ ਵੱਲੋਂ, ਦੁਨੀਆ ਭਰ ਦੇ ਵਿੱਚ ਬੈਠੇ ਉਹਨਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ। ਉਹ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਮੈਂ ਭੇਟਾਂ ਗਾਉਂਦੇ ਗਾਉਂਦੇ ਤੁਰ ਜਾਣਾ, ਤੇ ਉਹ ਭੇਟਾਂ ਗਾਉਂਦੇ ਗਾਉਂਦੇ ਨਹੀਂ ਗਏ ਕਿਉਂਕਿ 2 ਮਹੀਨੇ ਪਹਿਲਾਂ ਉਹਨਾਂ ਦੀ ਸਿਹਤ ਬਹੁਤ ਖਰਾਬ ਹੋਈ, ਜਿਹਦੇ ਕਰਕੇ ਉਹ ਕੋਮਾ ਦੇ ਵਿੱਚ ਚਲੇ ਗਏ। ਉਹਨਾਂ ਦੇ ਜਾਣ ਦਾ ਸਾਨੂੰ ਦੁੱਖ ਹੈ, ਅਫਸੋਸ ਹੈ। ਪਰ ਜਾਂਦੇ ਜਾਂਦੇ ਇੱਕ ਹੋਰ ਬੇਨਤੀ ਕਰਨੀ ਬਣਦੀ, ਜਿਹੜੀ ਕਿ ਮੈਂ ਪਹਿਲਾਂ ਵੀ ਕਈ ਵਾਰ ਦੁਹਰਾਈ ਹੈ। 26 ਜਨਵਰੀ ਦੇ ਮੱਦੇਨਜ਼ਰ ਅਸੀਂ ਬਹੁਤ ਕੁਝ ਸੋਚਿਆ ਤੇ ਲੋਚਿਆ। ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਮਨ ਦੇ ਵਿੱਚ ਇੱਕ ਊਰਜਾ, ਸਾਡੇ ਮਨ ਦੇ ਵਿੱਚ ਇੱਕ ਚਾਅ ਵੀ ਆ, ਉਤਸ਼ਾਹ ਵੀ ਆ, ਜਜ਼ਬਾ ਵੀ ਆ, ਦ੍ਰਿੜਤਾ ਵੀ ਆ, ਤੇ ਸਾਡਾ ਇਹ ਹੱਠ ਵੀ ਹੈ ਕਿ ਸਾਡੇ ਮੂਹਰੇ ਜੇਕਰ ਕੇਂਦਰ ਦੀ ਸਰਕਾਰ ਅੜੀ ਆ ਤਾਂ ਉਹ ਕਿਵੇਂ ਅੜੀ ਆ, ਨਾਲੇ ਤਾਂ ਉਹ ਸਾਨੂੰ ਤੰਗ ਕਰੇ ਤੇ ਉਸ ਤੋਂ ਬਾਅਦ ਗਲਤ ਖੇਤੀ ਕਾਨੂੰਨ ਬਣਾ ਕੇ ਤੇ ਸਾਡੇ ਉੱਤੇ ਧੌਂਸ ਵੀ ਜਮਾਵੇ। ਇਹ ਗੱਲ ਸਾਨੂੰ ਬਰਦਾਸ਼ਤ ਨਹੀਂ। ਪਰ ਗੱਲ ਅਸਲ ਦੇ ਵਿੱਚ ਇਹ ਆ ਕਿ ਅਸੀਂ ਵੀ ਠਰਮੇ ਨਾਲ ਰਹਿਣਾ, ਇਸ ਵਕਤ ਠਰਮੇ ਦੇ ਨਾਲ ਰਹਿਣਾ ਬਹੁਤ ਵੱਡੀ ਜ਼ਰੂਰਤ ਹੈ, ਕਿਉਂਕਿ ਇਸ ਵਕਤ ਲੋੜ ਇਸ ਗੱਲ ਦੀ ਮਹਿਸੂਸ ਕਰ ਰਹੇ ਆ ਕੁਝ ਗਲਤ ਅਨਸਰ ਵੀ ਸਾਨੂੰ ਮੌਕਾ ਮਿਲੇ ਸਹੀ, ਅਸੀਂ ਇੱਕ ਵਾਰ ਇਸ ਭੀੜ ਦੇ ਵਿੱਚ, ਇਸ ਇਕੱਠ ਦੇ ਵਿੱਚ ਵੜ ਜਾਈਏ ਸਹੀ, ਤੇ ਬਾਅਦ ਦੇ ਵਿੱਚ ਅਸੀਂ ਜਾਣੀਏ ਤਾਂ ਸਾਡਾ ਕੰਮ ਜਾਣੇ। ਦੁਨੀਆ ਭਰ ਦੇ ਵਿੱਚ ਚਰਚਾ ਇਸ ਵਕਤ ਇਸ ਕਰਕੇ ਅਧੂਰਦੀ ਕਿਉਂਕਿ ਸ਼ਾਂਤਮਈ ਹੈ, ਤੇ ਚਰਚਾ ਤਾਂ ਹੀ ਰਹੂਗੀ ਜੇਕਰ ਸ਼ਾਂਤਮਈ ਰਿਹਾ, ਤੇ ਜੇਕਰ ਅਸੀਂ ਸ਼ਾਂਤਮਈ ਤੋਂ ਉਲਟ ਹੋ ਗਏ ਤਾਂ ਫਿਰ ਚਰਚਾ ਵੀ ਸਾਡੀ ਉਲਟੇ ਤੌਰ ਦੇ ਉੱਤੇ ਸ਼ੁਰੂ ਹੋ ਜਾਣੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।